स्वरूप जे विपर बर, हर स्वरूप तिन दीख, अपर नई काहू लखियो, दीन होती तिन सीख। वाहेगुरु जी का खालसा, वाहेगुरु जी की फतेह। तेग बहादुर सिमरे करनाउन दियावे ताए, सब थाई होए सहाय। परम कृपालु ऐसे दीन दयाल बादशाह धन धन श्री गुरु तेग बहादुर पातशाह जी सतगुरां जी दे पावन पवित्र स्थान गुरुद्वारा श्री दुख निवारण साहिब विखे चौबार छतर तखत दे मालक आवाज ए शब्द वालिए कुल आलम हस्ती ए मुकद्दस धन धन श्री गुरु ग्रंथ साहिब पातशाह जी दी पावन पवित्र हजूरी अंदर पिछले पहर दे सजे हुए सुंदर सचखंड दीवाना दे विच हाजरियां भर रहे सतगुरां जी दे परम प्यार विच परोती होई गुरु खालसा साध संगत जीओ, उत्तम भाव हन धनता दे योग हो, जो आप जी गुरु पातशाह जी की कृपा दे पात्र बनते हुए निता व्रत गुरु दरबार दियां हाजरियां भर के अमृतमय बाणी दे शब्द कीर्तन जो जीवन दा प्रयोजन है, जिस वास्ते मनुखा जन्म मिलिया आयो सुनन पढ़न को बाणी, अमृतमय बाणी दे शब्द कीर्तन और इतिहासक विचारां नूं सरवण करके अपने जीवन और स्वासां नूं सफलियां करदे हो। हुणे आप जियां ने गुरु घर दे कीर्तनियां पासों रब्बी बाणी दे शब्द कीर्तन सरवण कीते हन। उपरंत समा बनया है चल रही लड़ीवार गुर इतिहास दी विचार दा। कल दे प्रकरण अंदर आप जियां ने सरवण कीता सी जदों ब्रह्मा दे समेत वेदां नूं इह हंकार हो गया कि ब्रह्म का निर्णय असी करते हैं, सच झूठ का निर्णय असी करते हैं,
ਸੰਸਾਰ ਵਿੱਚ ਸਾਡੇ ਕਰਕੇ ਪ੍ਰਕਾਸ਼ ਹੈ, ਜੇ ਅਸੀਂ ਨਾ ਹੋਈਏ ਤੇ ਸਾਰੇ ਪਾਸੇ ਅੰਧਕਾਰ ਫੈਲ ਜਾਵੇ। ਹੰਕਾਰ ਦੂਰ ਕਰਨ ਵਾਸਤੇ ਵਿਸ਼ਨੂੰ ਜੀ ਨੂੰ ਭੇਜਿਆ ਗਿਆ। ਇਹਨਾਂ ਨੇ ਹੰਕਾਰ ਵਿੱਚ ਆਇਆ ਹੋਇਆਂ ਨੇ ਕੋਈ ਉੱਠ ਕੇ ਅਦਬ ਸਤਕਾਰ ਨਹੀਂ ਕੀਤਾ, ਖੜੇ ਨਹੀਂ ਹੋਏ। ਪਰਮੇਸ਼ਰ ਵੱਲੋਂ ਆਕਾਸ਼ਬਾਣੀ ਹੋਈ ਤੇ ਕਿਹਾ ਕਿ ਜੇ ਤੁਸੀਂ ਹੀ ਨਿਯਮਾਂ ਨੂੰ ਭੰਗ ਕਰੋਗੇ ਤੇ ਬਾਕੀ ਨਿਯਮਾਂ ਦੀ ਪਾਲਣਾ ਕੌਣ ਕਰੇਗਾ। ਇਸ ਕਰਕੇ ਫਜ਼ੂਲ ਦਾ ਹੰਕਾਰ ਤੁਸੀਂ ਧਾਰਨ ਕੀਤਾ। ਹੁਣ ਜਾਓ, ਮਨੁੱਖਾ ਜਨਮ ਲੈ ਕੇ ਸੰਸਾਰ ਦੇ ਵਿੱਚ ਤੁਹਾਡਾ ਜਨਮ ਮਰਨ ਦੇ ਚੱਕਰ ਵਿੱਚ ਤੁਸੀਂ ਪਏ ਰਹੋਗੇ। ਤੇ ਹੁਣ ਬੇਨਤੀ ਕੀਤੀ ਕਿ ਗਲਤੀ ਦੀ ਸਜ਼ਾ ਬਹੁਤ ਵੱਡੀ ਮਿਲੀ ਹੈ, ਬ੍ਰਹਮ ਲੋਕ ਦੇ ਵਿੱਚ ਸਾਡੀ ਵਾਪਸੀ ਕਦੋਂ ਹੋਵੇਗੀ। ਫਿਰ ਆਕਾਸ਼ਬਾਣੀ ਹੋਈ। ਪਰਮੇਸ਼ਰ ਨੇ ਕਿਹਾ ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰੂਪ ਵਿੱਚ ਅਸੀਂ ਆਵਾਂਗੇ ਤੇ ਪੰਜਵੇਂ ਜਾਮੇ ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਰੂਪ ਵਿੱਚ ਵਿਚਰਾਂਗੇ, ਉਦੋਂ ਤੁਹਾਡਾ ਸਾਡੇ ਨਾਲ ਮੇਲ ਹੋਵੇਗਾ ਤੇ ਫਿਰ ਤੁਹਾਡਾ ਉਧਾਰ ਕਰਾਂਗੇ। ਜਾਓ, ਜਾ ਕੇ ਸੰਸਾਰ ਦਾ ਭ੍ਰਮਣ ਕਰਦੇ ਆਂ। ਗੁਰੂ ਬਿਨਾਂ ਸ਼ਾਂਤੀ ਨਹੀਂ ਮਿਲ ਸਕਦੀ, ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲ ਸਕਦਾ। ਇਸ ਕਰਕੇ ਗੁਰੂ ਜਾ ਕੇ ਸੰਸਾਰ ਦੇ ਵਿੱਚ ਪਹਿਲਾਂ ਧਾਰਨ ਕਰੋ, ਫਿਰ ਤੁਹਾਡਾ ਉਧਾਰ ਹੋਵੇਗਾ, ਬ੍ਰਹਮ ਲੋਕ ਦੀ ਵਾਪਸੀ ਹੋਵੇਗੀ। ਸੰਸਾਰ ਵਿੱਚ ਆ ਗਏ। ਇਹ ਵੀ ਕਹਿ ਦਿੱਤਾ ਕਿ ਇੱਕ ਇੱਕ ਵੇਦ ਚਾਰ ਚਾਰ ਰੂਪ ਧਾਰਨ ਕਰੇਗਾ। ਸੰਸਾਰ ਵਿੱਚ ਆਉਣਾ ਕੀਤਾ, ਬ੍ਰਾਹਮਣਾਂ ਦੇ ਘਰ ਜਨਮ ਹੋਇਆ, ਕਾਸ਼ੀ ਵਿਖੇ ਨਿਵਾਸ ਸੀ ਤੇ ਹੁਣ ਲੱਗੇ ਧਰਤੀ ਦਾ ਭਰਮਣ ਕਰਨ। ਦੇਸ਼ ਵਿਦੇਸ਼ਾਂ ਵਿੱਚ ਫਿਰਦੇ ਨੇ, ਜਿੱਥੇ ਜਿੱਥੇ ਕੋਈ ਪਤਾ ਲੱਗਦਾ ਯੋਗੀਆਂ ਦਾ, ਤਪ ਕਰਨ ਵਾਲਿਆਂ ਦਾ, ਬ੍ਰਹਮਚਾਰੀਆਂ ਦਾ, ਸਾਰਿਆਂ ਦੇ ਕੋਲ ਚੱਲ ਕੇ ਜਾਂਦੇ ਨੇ, ਉਹਨਾਂ ਦੇ ਬਚਨ ਸੁਣਦੇ ਨੇ, ਪਰ ਕਿਸੇ ਕੋਲੋਂ ਤਸੱਲੀ ਨਹੀਂ ਹੋਈ, ਹਿਰਦੇ ਦੀ ਸ਼ਾਂਤੀ ਨਹੀਂ ਮਿਲੀ। 1 ਸਾਲ ਫਿਰਦੇ ਰਹੇ ਤੇ ਫਿਰ ਫਿਰਦੇ ਫਿਰਾਉਂਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਨਾਮ ਸੁਣਿਆ, ਸਤਿਗੁਰੂ ਜੀ ਦੀ ਮਹਿਮਾ ਸੁਣੀ। ਅਜੇ ਨਾਮ ਹੀ ਸੁਣਿਆ, ਮਹਿਮਾ ਹੀ ਸੁਣੀ ਹੈ ਤੇ ਹਿਰਦੇ ਨੂੰ ਸ਼ਾਂਤੀ ਮਿਲੀ ਹੈ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਦੀਦਾਰ ਕਰਨ ਲਈ ਆਏ। ਤੇ ਜਦੋਂ ਸਤਿਗੁਰੂ ਜੀ ਦੇ ਦੀਦਾਰ ਕੀਤੇ ਨੇ, ਮਨ ਅੰਦਰ ਜਿਹੜੀ ਕਾਮਨਾ ਸੀ ਕਿ ਅਸੀਂ ਪ੍ਰਭੂ ਰੂਪ ਵਿੱਚ ਵੇਖਣਾ ਚਾਹੁੰਦੇ ਹਾਂ, ਉਸੇ ਰੂਪ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦੀਦਾਰ ਹੋਏ। ਸਤਿਗੁਰੂ ਪਾਤਸ਼ਾਹ ਜੀ ਦੀ ਉਪਮਾ ਕਰਨ ਲੱਗੇ ਨੇ। ਆਓ ਇਥੋਂ ਅਗਲੇਰੇ ਪ੍ਰਕਰਣ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵੇਦ ਸਰੂਪ ਜੇ ਬਿਪਰ ਬਰ, ਹਰ ਸਰੂਪ ਤਿਨ ਦੀਖ। ਇਹ ਜਿਹੜੇ ਵੇਦ ਰੂਪ ਬ੍ਰਾਹਮਣ ਸਨ, ਇਹ ਚਾਰੇ ਵੇਦਾਂ ਨੇ ਜਿਹੜਾ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਲੈਣਾ ਕੀਤਾ, ਬ੍ਰਾਹਮਣ ਬਣ ਕੇ ਆਏ। ਜਦੋਂ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ,
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦੋ ਦੀਦਾਰ ਕੀਤੇ ਨੇ। ਹਰ ਸਰੂਪ ਤਿਨ ਦੀਖ ਕੀ ਵੇਖਿਆ ਗੁਰੂ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪ੍ਰਤੱਖ ਹਰੀ ਰੂਪ ਵਿੱਚ ਵੇਖਣਾ ਕੀਤਾ, ਦੀਦਾਰ ਕੀਤੇ ਹਨ। ਅਪਰ ਨਹੀਂ ਕਾਹੂ ਲਖਿਓ ਦੇਨ ਹੋਤੀ ਤਿਨ ਸੀਖ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦੀਦਾਰ ਹੋਏ, ਹਿਰਦਾ ਪ੍ਰਸੰਨ ਹੋਇਆ ਤੇ ਦੀਦਾਰ ਕਰਦਿਆਂ ਮਨ ਵਿੱਚ ਵਿਚਾਰਦੇ ਨੇ ਕਿ ਸਾਨੂੰ ਸ਼ੁਭ ਸਿੱਖਿਆ ਦੇਣ ਵਾਲਾ, ਸਾਡੇ ਹਿਰਦੇ ਨੂੰ ਗਿਆਨ ਕਰਾਉਣ ਵਾਲਾ, ਸਾਡੇ ਹਿਰਦੇ ਅੰਦਰ ਸ਼ਾਂਤੀ ਪ੍ਰਦਾਨ ਕਰਨ ਵਾਲਾ ਐਸਾ ਅਸੀਂ ਪਹਿਲਾਂ ਹੋਰ ਕੋਈ ਨਹੀਂ ਦੇਖਿਆ। ਸਵਈਆ ਚੰਦ ਅਸ ਸਰੂਪ ਦੇਖਤ ਬਿਸਮਾਏ। ਹਰੇ ਰੂਪ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੋਹਣੇ ਸੁੰਦਰ ਸਰੂਪ ਦੇ ਦੀਦਾਰ ਕਰਕੇ ਬਹੁਤ ਪ੍ਰਸੰਨ ਹੋਏ ਹਨ। ਹਰ ਮੰਦਰ ਮੈਂ ਸੁੰਦਰ ਸ਼ੋਭ। ਜਿਹੜੇ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਸੋਹਣੇ ਸ਼ੋਭਾ ਸੁੰਦਰ ਸਰੂਪ ਸਤਿਗੁਰੂ ਪਾਤਸ਼ਾਹ ਜੀ ਦੇ ਦੀਦਾਰ ਇਹਨਾਂ ਨੇ ਕੀਤੇ। ਮਹਾਭਿਸ਼ਨ ਕੋ ਰੂਪ ਮਨੋਹਰ ਜਿਸੇ ਧਿਆਨ ਤਰ ਜੋਗੀ ਲੋਭ। ਮਨ ਵਿੱਚ ਵਿਚਾਰਦੇ ਨੇ ਕਿ ਜਿਵੇਂ ਵਿਸ਼ਨੂੰ ਜੀ ਦਾ ਸ਼੍ਰੇਸ਼ਟ ਰੂਪ ਹੈ, ਜੋਗੀ ਲੋਕ ਉਹਨਾਂ ਦਾ ਧਿਆਨ ਧਰ ਕੇ ਯੋਗ ਸਾਧਨਾ ਕਰਦੇ ਨੇ, ਧਿਆਨ ਧਰਦੇ ਨੇ, ਉਹਨਾਂ ਦੇ ਦੀਦਾਰ ਕਰਦੇ ਨੇ। ਤੈਸੇ ਹੀ ਸੋਹਣੇ ਸਰੂਪ ਵਾਲੇ, ਸੋਹਣੇ ਸੁੰਦਰ ਸ਼ੋਭਾ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਨ। ਉਸਤਤ ਕਰਨ ਲਗੇ ਓਏ ਠਾਂਡੇ ਜਿਨ ਕੈ ਭਇਓ ਪ੍ਰੇਮ ਕੋ ਛੋਭ। ਤੇ ਜਿਨ੍ਹਾਂ ਦਾ ਮਨ ਪ੍ਰੇਮ ਵਿੱਚ ਵਿੰਨਿਆ ਹੋਇਆ ਸੀ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕੇ ਸਤਿਗੁਰੂ ਜੀ ਦੀ ਉਸਤਤ ਕਰਨ ਲੱਗੇ। ਜਦੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚੇ, ਸੋਹਣੇ ਸੁੰਦਰ ਸਰੂਪ ਦੇ ਸਤਿਗੁਰੂ ਪਾਤਸ਼ਾਹ ਜੀ ਦੇ ਸੋਹਣੇ ਮੁਖੜੇ ਦੇ ਦੀਦਾਰ ਕੀਤੇ ਤੇ ਹਿਰਦੇ ਅੰਦਰ ਪ੍ਰੇਮ ਵਧਿਆ ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕੇ ਉਸਤਤ ਕਰਨ ਲੱਗੇ ਹਨ। ਨਮਸਕਾਰ ਪੁਨ ਪੁਨ ਪਗ ਪੰਕਜ ਰਿਦਾ ਪਰਮ ਗੰਭੀਰ ਅਛੋਭ। ਗੰਭੀਰਤਾ ਸਵਰੂਪ ਸਤਿਗੁਰੂ ਧੰਨ ਗੁਰੂ ਅਮਰ ਅਰਜਨ ਦੇਵ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ, ਨਮਸਕਾਰ ਹੈ। ਉਚੰਗ ਛੰਦ ਦਇਆ ਸਿੰਧ ਦੀਨਾਨ ਬੰਧੂ ਕਿਰਪਾਲਾ। ਇਹ ਦਇਆ ਦੇ ਸਮੁੰਦਰ, ਦੀਨਾਂ ਤੇ ਕਿਰਪਾ ਕਰਨ ਵਾਲੇ ਦੀਨਾ ਬੰਧੂ ਸਤਿਗੁਰੂ ਜੀ। ਨਮੋ ਪਾਦ ਕੰਜੰਗ ਆਪੰਜੰਗ ਉਜਾਲਾ। ਨਾਸ਼ ਤੋਂ ਰਹਿਤ ਪ੍ਰਕਾਸ਼ ਰੂਪ ਹੋ ਆਪ ਜੀ ਦਾ ਮਹਾਨ ਪ੍ਰਕਾਸ਼, ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ। ਅਜੈ ਹੋ ਅਨਾਸ਼ੀ ਅਨਾਦਿ ਅਨੂਪੰ। ਅਜੈ ਹੋ ਜੋ ਜਿੱਤਿਆ ਨਾ ਜਾ ਸਕਦਾ ਹੋਵੇ, ਉਹ ਆਪ ਹੋ। ਅਨਾਸੀ ਨਾਸ਼ ਤੋਂ ਰਹਿਤ ਹੋ, ਨਾਸ਼ਹੀਨ ਹੋ। ਅਨਾਦਿ ਤੇ ਆਦ ਤੋਂ ਰਹਿਤ ਹੋ। ਅਨੂਪੰ ਬੇਮਿਸਾਲ ਹੋ। ਮਹਾਰਾਜ ਰਾਜਾਨ ਕੇ ਰਾਜ ਰੂਪੰ। ਰਾਜਿਆਂ ਦੇ ਰਾਜੇ ਮਹਾਰਾਜ ਰੂਪ ਹੋ। ਸਭੇ ਵਿੱਚ ਬਾਸੋ ਆਲੇਪੰ ਸਦਾ ਹੋ। ਤੇ ਆਪ ਸਾਰਿਆਂ ਦੇ ਵਿੱਚ ਵਸਦੇ ਹੋ ਤੇ ਸਾਰਿਆਂ ਵਿੱਚ ਵਸਦੇ ਹੋਏ ਨਿਰਲੇਪ ਹੋ। ਸਾਰਾ ਸੰਸਾਰ, ਸਾਰਾ ਬ੍ਰਹਿਮੰਡ ਤੁਸੀਂ ਰਚਿਆ ਹੈ, ਰਚ ਕੇ ਸਾਰਿਆਂ ਦੇ ਵਿੱਚ ਸਮਾਏ ਹੋਏ ਹੋ, ਸਾਰਿਆਂ ਦੇ ਵਿੱਚ ਆਪ ਜੀ ਦਾ ਵਸ ਹੈ, ਪਰ ਸਾਰਿਆਂ ਦੇ ਵਿੱਚ ਵਸਦੇ ਹੋਏ ਤੁਸੀਂ ਨਿਰਲੇਪ ਹੋ। ਅਜੋਨੀ ਅਛੇ ਏਕ ਰੂਪੰ ਅਜਾਹੋ। ਤੇ ਅਜੋਨੀ ਜੁਨੀਆਂ ਤੋਂ ਰਹਿਤ ਹੋ, ਜੁਨੀਆਂ ਵਿੱਚ ਨਹੀਂ ਆਉਂਦੇ, ਤੇ ਇੱਕ ਰੂਪ ਹੋ ਕੇ ਸੰਸਾਰ ਦੇ ਵਿੱਚ ਸਮਾ ਰਹੇ ਹੋ, ਵਰਤ ਰਹੇ ਹੋ।
किथे मोह न आवे कथे कौन तोही। ਕਹਿਣ ਲੱਗੇ ਮੈਂ ਆਪ ਜੀ ਦੇ ਗੁਣ ਬਿਆਨ ਨਹੀਂ ਕਰ ਸਕਦਾ। ਭਿੱਖਾ ਜਿਹੜਾ ਮੁਖੀ ਸੀ, ਇਹਨਾਂ ਚੋਂ ਬ੍ਰਹਮਾ ਭਿੱਖਾ ਦਾ ਰੂਪ ਧਾਰਨ ਕੀਤਾ ਸੀ ਜਿਹਨੇ। ਕਹਿਣ ਲੱਗੇ ਹੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਆਪ ਜੀ ਦੀ ਮਹਿਮਾ ਨੂੰ ਮੈਂ ਬਿਆਨ ਨਹੀਂ ਕਰ ਸਕਦਾ, ਵਰਣਨ ਨਹੀਂ ਕਰ ਸਕਦਾ। ਐਸਾ ਕੋਈ ਵੀ ਨਹੀਂ ਸੰਸਾਰ ਦੇ ਉੱਤੇ ਜਿਹੜਾ ਆਪ ਜੀ ਦੀ ਮਹਾਨ ਮਹਿਮਾ ਨੂੰ ਵਰਣਨ ਕਰ ਸਕੇ। निरालं बचित्रं निरालंब ओही। ਆਪ ਨਿਰਾਲੇ ਹੋ, ਵਿਚਿਤਰੰ ਨਿਰਾਲੰਬ ਹੋਹੀ। ਤੇ ਇਸ ਕਰਕੇ ਆਪ ਜੀ ਦਾ ਅਚਰਜ ਜਿਹੜਾ ਪਾਵਨ ਐਸਾ ਸਵਰੂਪ ਹੈ। सभी तो हे में तू सबे में बिराजै। ਤੁਸੀਂ ਸਾਰਿਆਂ ਦੇ ਵਿੱਚ ਹੋ ਤੇ ਸਾਰੇ ਤੁਹਾਡੇ ਵਿੱਚ ਵਿਰਾਜ ਰਹੇ ਨੇ। ਸਮਸਤ ਜੀਵਾਂ ਅੰਦਰ ਕਣ ਕਣ ਵਿੱਚ ਸਮਾਏ ਹੋਏ ਹੋ ਤੇ ਸਾਰੇ ਜੀਵ ਆਪ ਜੀ ਦੇ ਥਾਪੇ ਹੋਏ, ਆਪ ਜੀ ਦੇ ਸਾਜੇ ਹੋਏ ਨੇ। ਸਾਰਿਆਂ ਦੇ ਵਿੱਚ ਵਸ ਰਹੇ ਹੋ, ਸਾਰੇ ਆਪ ਵਿੱਚ ਵਾਸਾ ਕਰ ਰਹੇ ਹਨ। आकाशं जथा एक सारे सुछाजै। ਤੇ ਸੰਸਾਰ ਦੇ ਵਿੱਚ ਸਾਰੇ ਪਾਸੇ ਤੁਸੀਂ ਆਪ ਜੀ ਦੀ ਸੋਹਣੀ ਸੁੰਦਰ ਫੱਬ ਹੈ, ਆਪ ਸੋਹਣੇ ਸੁੰਦਰ ਚਾਰੇ ਪਾਸੇ ਫੱਬ ਰਹੇ ਹੋ। ब्रह्मंडं अखंडं तुमी देहधारी। ਤੁਸੀਂ ਬ੍ਰਹਮੰਡ, ਸਮੁੱਚੇ ਬ੍ਰਹਮੰਡ ਦੇ ਵਿੱਚ ਅਖੰਡ ਰੂਪ ਸਰੀਰ ਤੁਸੀਂ ਹੀ ਧਾਰਨ ਕੀਤਾ ਹੋਇਆ ਹੈ। ਜਿੰਨੇ ਸਰੀਰ ਨੇ ਬ੍ਰਹਮੰਡ ਦੇ ਵਿੱਚ, ਇਹ ਬ੍ਰਹਮੰਡ ਦੇ ਵਿੱਚ ਸਾਰੇ ਜਿਹੜੇ ਅਖੰਡ ਰੂਪ ਸਰੀਰ ਹਨ ਉਹ ਤੁਸੀਂ ਹੀ ਧਾਰਨ ਕੀਤਾ ਹੋਇਆ ਹੈ। ਗਊ ਨੈਣ ਪਾਨੂ ਸਸੀ ਜੋਤ ਪਾਰੀ। ਤੇ ਆਪ ਜੀ ਦੇ ਜਿਹੜੇ ਦੋਵੇਂ ਨੇਤਰ ਹਨ, ਇਹ ਦੋਵੇਂ ਨੇਤਰ ਵੱਡੀ ਜੋਤ ਵਾਲੇ ਸੂਰਜ ਤੇ ਚੰਦ ਹਨ। ਦਿਸ਼ਾ ਸ਼੍ਰੋਨ ਤੇਰੇ ਨਭੰ ਸੀਸ ਗਾਵੇਂ। ਜਿਹੜੀਆਂ ਦਿਸ਼ਾਵਾਂ ਹਨ ਉਹ ਦਿਸ਼ਾਵਾਂ ਤੁਹਾਡੇ ਕੰਨ ਹਨ। ਤੇ ਨਭੰ ਸੀਸ ਗਾਵੇ, ਆਕਾਸ਼ ਤੋਂ ਸੀਸ ਦੇ ਉੱਤੇ ਗਾਇਨ ਕਰ ਰਿਹਾ ਹੈ। ਮਹਾਪੁੰਨ ਅਗਰੰ ਪ੍ਰਿਸ਼ਟੀ ਪਾਪ ਥਾਵੇਂ। ਮਹਾਪੁੰਨ ਆਪ ਜੀ ਦਾ ਅਗਲਾ ਭਾਗ ਹੈ ਤੇ ਪਾਪ ਜਿਹੜਾ ਉਹ ਪਿੱਠ ਦੀ ਥਾਂ ਹੈ। ਮਹਾਸਿੰਧ ਕੁੱਖੀ ਤਰੂ ਰੋਮ ਬ੍ਰਿੰਦੰਗ। ਮਹਾਸਾਗਰ ਕੁੱਖ ਹੈ, ਤਰੂ ਰੋਮ ਬ੍ਰਿੰਦੰ। ਜਿੰਨੇ ਧਰਤੀ ਦੇ ਦਰਖਤ ਨੇ ਮਾਨੋ ਉਹ ਸਾਰੇ ਆਪ ਜੀ ਦੇ ਰੋਮ ਹਨ। ਆਹੇ ਪਾਏ ਪਾਤਾਲ ਤੋਈ ਮੁਕੰਦੰਗ। ਤੇ ਜਿਹੜਾ ਪਾਤਾਲ ਹੈ ਉਹ ਆਪ ਜੀ ਦੇ ਚਰਨ ਹਨ। ਤੋਹੀ ਮੁਕੰਦੰ, ਤੇ ਤੁਸੀਂ ਹੀ ਮੁਕਤੀ ਦੇ ਦਾਤੇ ਹੋ। ਗੁਰੂ ਨਾਨਕੰ ਬੰਸ ਬੇਦੀਆਂ ਮਾਈ। ਬੇਦੀਆਂ ਦੇ ਕੁੱਲ ਦੇ ਵਿੱਚ, ਬੇਦੀ ਵੰਸ਼ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ ਹਨ। ਨਰੰਗੇ ਤਾਰੀ ਜਪੇ ਜਾਪ ਜਾਈ। ਜਿਨ੍ਹਾਂ ਨੇ ਮਨੁੱਖਾ ਸਰੀਰ ਧਾਰਨ ਕਰਕੇ ਕਲਯੁਗ ਦੇ ਜੀਵਾਂ ਦੇ ਜਿਹੜਾ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਜਾਪ ਜਪਾਉਣਾ ਕੀਤਾ। ਕਲੀ ਮੈਂ ਦਇਆ ਤਾਰ ਨਾਮੰ ਜਪਾਇਓ। ਤੇ ਕਲਯੁਗ ਦੇ ਅੰਦਰ ਆਕਰ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਇਆ ਕਰਦਿਆਂ ਹੋਇਆਂ, ਦਇਆ ਦੇ ਘਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਲਯੁਗ ਦੇ ਵਿੱਚ ਆ ਕੇ ਕਲਯੁਗ ਦੇ ਜੀਵਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਜਪਾਇਆ। ਕਰਿਓ ਪੰਥ ਸਿੱਖੀ ਤਰੇ ਜਾਹੇ ਪਾਇਓ। ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖ ਪੰਥ ਜਿਹੜਾ ਹੈ ਉਹ ਸਿੱਖ ਪੰਥ ਸਤਿਗੁਰੂ ਪਾਤਸ਼ਾਹ ਜੀ ਨੇ ਕਾਇਮ ਕੀਤਾ। ਸਿੱਖ ਪੰਥ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਰੰਭ ਕੀਤਾ। ਗੁਰੂ ਅੰਗਦ ਰੂਪ ਹੋਏ ਕਿਰਪਾਲਾ। ਤੇ ਸਤਿਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੇ ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਨਾਇਆ। ਕਲ ਤਾਰਨ ਗੁਰ ਨਾਨਕ ਆਇਆ,
ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ। ਕਲ ਜੁਗ ਬਾਬੇ ਤਾਰਿਆ। ਕਲ ਜੁਗ ਬਾਬੇ ਤਾਰਿਆ। ਕਲ ਯੁਗ ਬਾਬੇ ਤਾਰਿਆ। ਕਲ ਯੁਗ ਬਾਬੇ ਤਾਰਿਆ। ਸਤਨਾਮ ਪੜ ਮੰਤਰ ਸੁਨਾਇਆ। ਸਤਨਾਮ ਪੜ ਮੰਤਰ ਸੁਨਾਇਆ। ਸਤਨਾਮ ਪੜ ਮੰਤਰ ਸੁਣਾਇਆ। ਸਤਨਾਮ ਪੜ ਮੰਤਰ ਕਲ ਸੁਣਾਇਆ। ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ। ਦਇਆ ਧਾਰ ਕੇ ਕਲਯੁਗ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ, ਜਿਨ੍ਹਾਂ ਨੇ ਸਤਨਾਮ ਦਾ ਮੰਤਰ ਕਲਯੁਗ ਦੇ ਜੀਵਾਂ ਨੂੰ ਦੇ ਕਰਕੇ ਉਧਾਰ ਕੀਤਾ। ਉਹਨਾਂ ਤੋਂ ਬਾਅਦ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਿਰਪਾਲੂ ਰੂਪ ਵਿੱਚ ਆਏ। ਕਰਾਮਾਤ ਕਾਹੂ ਨਾ ਦੀਨੀ ਬਿਸਾਲਾ। ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕੋਈ ਵੀ ਐਸੀ ਵੱਡੀ ਕਰਾਮਾਤ ਨਹੀਂ ਵਿਖਾਈ। ਚਰਿਓ ਜੋਰ ਦੀ ਹੰਗਰ ਦੇ ਮੈਂ ਗੰਭੀਰੰਗ। ਡੂੰਘੇ ਹਿਰਦੇ ਦੇ ਵਿੱਚ ਵੱਡੇ ਭਾਰੀ ਬਲ ਨੂੰ ਜਰਨ ਵਾਲੇ ਹੋਏ ਹਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ। ਅਜਰ ਨੂੰ ਜਰਨ ਵਾਲੇ, ਡੂੰਘੇ ਹਿਰਦੇ ਦੇ ਵਿੱਚ ਵੱਡੇ ਭਾਰੀ ਬਲ ਨੂੰ ਜਰਨ ਵਾਲੇ ਹੋਏ ਹਨ। ਉਧਾਰੇ ਮਹਾ ਸਿੱਖ ਦੇ ਨਾਮ ਧੀਰੰਗ। ਜਿਨ੍ਹਾਂ ਨੇ ਧੀਰਜ ਦੇ ਸਹਿਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾ ਕੇ ਬੇਅੰਤ ਜੀਵਾਂ ਦਾ ਉਧਾਰ ਕੀਤਾ ਹੈ। ਪਿਤਾ ਮੋਰੀ ਕੇ ਤਰੀ ਦੇ ਫੇਰੀ। ਉਹਨਾਂ ਤੋਂ ਬਾਅਦ ਬਾਬਾ ਮੋਰੀ ਜੀ ਦੇ ਪਿਤਾ ਜੀ ਭਾਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਏ ਹਨ। ਮਹਾਪੰਥ ਸਿੱਖੀ ਪਿਥਾਰੀ ਕਨੇਰੀ। ਜਿਨ੍ਹਾਂ ਨੇ ਸਿੱਖ ਪੰਥ ਦਾ ਮਹਾਨ ਸਿੱਖ ਧਰਮ ਦੇ ਸਿੱਖੀ ਦਾ ਬਹੁਤ ਵੱਡਾ ਵਿਸਥਾਰ ਜਿਹੜਾ ਉਹ ਕੀਤਾ। ਚਾਉ ਚੱਕ ਮੈਂ ਕੀਰਤੀ ਚਾਰੂ ਹੋਈ। ਚਾਉ ਚੱਕਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਹਾਨ ਕੀਰਤੀ ਫੈਲੀ, ਚਾਰੇ ਪਾਸੇ ਮਹਾਨ ਸੁਜਸ ਹੋਇਆ। ਦਈ ਬ੍ਰਿੰਦ ਮੰਜੀ ਗੁਰੂ ਕੀ ਨਸੋਈ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿੱਖੀ ਦਾ ਵਿਸਥਾਰ ਕਰਨ ਲਈ 22 ਮੰਜੀਆਂ ਨਿਯੁਕਤ ਕੀਤੀਆਂ, ਜਿਹਦਾ ਉਦੇਸ਼ ਸੀ ਧਰਮ ਦਾ ਪ੍ਰਚਾਰ ਕਰਨਾ। 22 ਮੰਜੀਦਾਰ ਨਿਯੁਕਤ ਕੀਤੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ 22 ਮੰਜੀਦਾਰ ਨਿਯੁਕਤ ਕਰਕੇ ਪ੍ਰਚਾਰ ਵਾਸਤੇ ਭੇਜੇ। ਅੱਜ ਵੀ ਜਦੋਂ ਸ਼੍ਰੀ ਗੋਇੰਦਵਾਲ ਸਾਹਿਬ ਚਵਾਰਾ ਸਾਹਿਬ ਵਾਲੇ ਪਾਸੇ ਆਪਾਂ ਦਰਸ਼ਨ ਕਰਨ ਜਾਂਦੇ ਆ, ਉੱਥੇ ਸੁਨਹਿਰੀ ਪੱਤਰੇ ਤੇ ਉਹ ਜਿਹੜੇ 22 ਮੰਜੀਦਾਰ ਸਨ, ਉਹਨਾਂ ਦੇ ਜਿਹੜੇ ਨਾਮ ਨੇ ਅੱਜ ਵੀ ਸੰਭਾਲੇ ਹੋਏ ਨੇ। ਆਪ ਸੰਗਤਾਂ ਦਰਸ਼ਨ ਕਰਦੇ ਹੋ। ਤੇ ਜਿੱਥੇ ਕਿਹਾ ਗਿਆ ਹੈ ਗੋਇੰਦਵਾਲ ਸਿੱਖੀ ਦਾ ਧੁਰਾ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 22 ਮੰਜੀਆਂ ਨਿਯੁਕਤ ਕਰਕੇ ਧਰਮ ਦਾ ਪ੍ਰਚਾਰ ਕੀਤਾ। ਗੁਰੂ ਰਾਮਦਾਸੰ ਪ੍ਰਕਾਸ਼ੇ ਵਿਸਾਲਾ। ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਨੁੱਖੀ ਸਰੀਰ ਧਾਰਨ ਕਰਕੇ ਕਲਯੁਗ ਦੇ ਘੋਰ ਅੰਧਾਰ ਹਨੇਰੇ ਦੇ ਵਿੱਚ ਆ ਕੇ ਗਿਆਨ ਦਾ ਪ੍ਰਕਾਸ਼ ਕੀਤਾ। ਕਲੀ ਘੋਰ ਅੰਧੇਰ ਕੀਨੋ ਉਜਾਲਾ। ਘੋਰ ਕਲਯੁਗ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆ ਕੇ ਉਜਾਲਾ ਰੋਸ਼ਨੀ ਕੀਤੀ। ਤਿਨੋਂ ਕੇ ਪਾਏ ਨੰਦ ਰੂਪੰ ਤੁਮਾਰਾ। ਤੇ ਅੱਗੇ ਉਹਨਾਂ ਦੇ ਪੁੱਤਰ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜੀ ਹੋਏ ਹੋ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਘੋਰ ਕਲਯੁਗ ਦੇ ਵਿੱਚ ਆ ਕੇ ਪ੍ਰਕਾਸ਼ ਕੀਤਾ, ਉਹਨਾਂ ਦੇ ਘਰ ਵਿੱਚ ਪੁੱਤਰ ਰੂਪ ਹੋ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜੀ ਆਏ ਹੋ। ਨਮਸਤੰ ਨਮਸਤੰ ਨਮਸਤੰ
ਉਧਾਰਾ। ਹੇ ਸ੍ਰੇਸ਼ਟ ਸਤਿਗੁਰੂ ਜੀ, ਆਪ ਜੀ ਦੇ ਚਰਨਾਂ ਤੇ ਨਮਸਕਾਰ 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 ਹੈ। ਦੋਹਰਾ ਇਮ ਅਸ਼ਟਕ ਉਸਤਤ ਕਰੀ, ਪਠ ਮਨ ਬਾਛਤ ਪਾਏ। ਇਸ ਤਰ੍ਹਾਂ ਇਹਨਾਂ ਸ੍ਰੇਸ਼ਟ ਭੱਟਾਂ ਨੇ ਸਤਿਗੁਰੂ ਪਾਤਸ਼ਾਹ ਜੀ ਅਸ਼ਟਕ ਛੰਦ ਵਿੱਚ ਇਹ ਜਿਹੜੇ ਉਸਤਤ ਕੀਤੇ ਤੇ ਮਨ ਇੱਛਤ ਜਿਹੜਾ ਫਲ ਸੀ ਉਹ ਪਾਉਣਾ ਕੀਤਾ। ਦੀਨ ਹੋਏ ਪੁਨ ਸਕਲਈ, ਰਹੇ ਚਰਨ ਲਪਟਾਏ। ਸਤਿਗੁਰੂ ਜੀ ਦੇ ਦੀਦਾਰ ਕਰਕੇ ਮਨ ਅੰਦਰ ਬਹੁਤ ਪ੍ਰਸੰਨਤਾ ਹੋਈ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਕੀਤਾ। ਬੜੇ ਨਿਮਰ ਹੋ ਕੇ ਸਾਰੇ ਜਿਹੜੇ ਭੱਟ ਚੱਲ ਕੇ ਆਏ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਲਿਪਟ ਕੇ ਚਰਨ ਪਕੜ ਲਏ ਘੁੱਟ ਕਰਕੇ। ਸਵਈਆ ਛੰਦ ਸ਼੍ਰੀ ਅਰਜਨ ਤਬ ਨਿਜ ਸਰੂਪ ਕੋ, ਸਭਈ ਤਿਜਨ ਦਿਖਾਵਨ ਕੀਨ। ਤੇ ਜਿੰਨੇ ਇਹ ਬ੍ਰਾਹਮਣ ਭੱਟ ਰੂਪ ਵਿੱਚ ਚੱਲ ਕੇ ਆਏ, ਇਹਨਾਂ ਸਾਰਿਆਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਿਹੜਾ ਪ੍ਰਭੂ ਰੂਪ ਹਰੀ ਰੂਪ ਸੀ ਆਪਣਾ, ਉਹ ਰੂਪ ਜਿਹੜਾ ਉਸ ਰੂਪ ਦੇ ਵਿੱਚ ਦਰਸ਼ਨ ਕੀਤੇ, ਉਹ ਰੂਪ ਦਿਖਾਉਣਾ ਕੀਤਾ। ਬੂਝਤ ਪਏ ਕੌਣ ਤੁਮ ਕਾਰਜ, ਔਰ ਬਾਛਤ ਲਿਓ ਜਾਚ ਪ੍ਰਵੀਨ। ਹੁਣ ਅੰਤਰਜਾਮੀ ਸਤਿਗੁਰੂ ਭਾਵੇਂ ਜਾਣਦਾ ਸਜਾਣਦੇ ਸਾਰਾ ਕੁਝ ਨੇ, ਪਰ ਫਿਰ ਵੀ ਪੁੱਛ ਰਹੇ ਨੇ, ਕਹਿਣ ਲੱਗੇ ਕਿ ਤੁਸੀਂ ਕੌਣ ਹੋ? ਬੂਝਤ ਪਏ ਪੁੱਛਣ ਲੱਗੇ ਕੌਣ ਹੋ ਤੁਸੀਂ? ਕਾਰਜ ਉਰ ਬਾਛਤ ਲਿਓ ਜਾਚ ਪ੍ਰਵੀਨ ਹੈ। ਸੁਗੜ ਸਿਆਣੇ, ਤੁਸੀਂ ਸਾਰੇ ਕਿਸ ਕਾਮਨਾ ਨੂੰ ਲੈ ਕਰਕੇ, ਕਿਸ ਕਾਰਜ ਨੂੰ ਮਨ ਅੰਦਰ ਲੈ ਕਰਕੇ ਸਾਡੇ ਕੋਲ ਆਏ ਹੋ? ਕਹਾਂ ਬਸਤ ਗਮਨੇ ਅਬ ਕਿਤ ਕੋ, ਹਮ ਟਿਗ ਆਏ ਕਿਆ ਚਿਤ ਚੀਨ। ਕਹਾਂ ਬਸਤ, ਕਿੱਥੇ ਰਹਿੰਦੇ ਹੋ? ਤੁਹਾਡੇ ਘਰ ਕਿੱਥੇ ਨੇ? ਤੁਹਾਡਾ ਨਿਵਾਸ ਕਿੱਥੇ ਹੈ? ਗਮਨੇ ਅਬ ਕਿਤ ਕੋ, ਤੇ ਇਥੋਂ ਫਿਰ ਅੱਗੇ ਕਿੱਧਰ ਜਾਣਾ ਹੈ? ਹਮ ਢਗੇ ਆਏ ਕਿਆ ਚਿਤ ਚੀਨ, ਸਾਡੇ ਕੋਲ ਆਏ ਹੋ, ਮਨ ਅੰਦਰ ਕਿਹੜੀ ਇੱਛਾ ਲੈ ਕੇ ਸਾਡੇ ਕੋਲ ਚੱਲ ਕੇ ਆਏ ਹੋ?